ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਦਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੈ ਨਿਰਭਉ ਮਾਣਿਓ, ਲਾਖ ਮਹਿ ਅਲਖ ਲਖਾਇਓ। ਅਗਮ ਅਗੋਚਰ ਗਤ ਗਭੀਰ, ਸਤਿਗੁਰ ਪਰਚਾਇਓ। ਗੁਰ ਪਰਚੈ ਪਰਮਾਣ, ਰਾਜ ਮਹਿ ਜੋਗ ਕਮਾਇਓ। ਧੰਨ ਧੰਨ ਗੁਰ ਧੰਨ, ਅਭਰ ਸਰ ਸੁਬਰ ਭਰਾਇਓ। ਗੁਰਗਮ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ। ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ। ਭੈ ਨਿਰਭਉ ਮਾਣਿਓ, ਲਾਖ ਮਹਿ ਅਲਖ ਲਖਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਵਿੱਤਰ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ महान परोपकारी सदगुरु दोहे था बाणी का बोहे था, इस वरदान ਨੂੰ ਸਫਲ ਕਰਦਿਆਂ ਹੋਇਆਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। 17 ਪਟ ਕਾਂਸ਼ੀ ਤੋਂ ਚੱਲ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਪਹੁੰਚੇ। ਉਹਨਾਂ ਨੇ ਗੁਰੂ ਮਹਿਮਾ ਦੇ ਸੰਬੰਧ ਵਿੱਚ ਸਵਈਏ ਉਚਾਰਨ ਕੀਤੇ। ਸ਼ੰਤਾਂ ਭਾਵੇਂ ਹੋਰ ਵੀ ਹਨ, ਪਰ ਇਸ ਸੰਪੂਰਨ ਬਾਣੀ ਨੂੰ ਸਵਈਏ ਹੀ ਆਖਿਆ ਜਾਂਦਾ ਹੈ। ਇਹਦਾ ਸਿਰਲੇਖ ਵੀ ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਇਸੇ ਤਰ੍ਹਾਂ ਹੀ ਲਿਖਿਆ ਹੋਇਆ। ਹੁਣ ਪਟ ਲੋਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਉਚਾਰਨ ਕਰ ਰਹੇ ਹਨ। ਸਵਈਏ ਮਹੱਲੇ ਪੰਜਵੇਂ ਕੇ 7 ਸਵਈਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ ਰਹਿੰਦੇ ਸਵਈਆਂ ਦੀ ਆਪ ਸੰਗਤਾਂ ਕਥਾ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੈ ਨਿਰਭਉ ਮਾਣਿਓ, ਲਾਖ ਮਹਿ ਅਲਖ ਲਖਾਇਓ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਭੈ ਤੋਂ ਨਿਰਭਉ ਹੋ ਕੇ ਮਾਣਿਓ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਨੂੰ, ਉਹਦੇ ਆਨੰਦ ਨੂੰ ਮਾਣਿਆ ਹੈ। ਭਾਵ ਦੁਨੀਆ ਦੇ
ਲੋਕ ਲੱਜਿਆ ਦੇ ਡਰ ਭੈ ਨੂੰ ਛੱਡ ਕੇ ਬੇਬਾਕ ਬੇਖੌਫ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਸ ਵਾਹਿਗੁਰੂ ਦੇ ਆਨੰਦ ਨੂੰ ਮਾਣੇ। ਲੱਖ ਮੈਂ ਅਲਖ ਲਖਾਇਓ, ਲੱਖਾਂ ਦੀ ਤਾਦਾਦ ਵਿੱਚ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ। ਅਲਖ ਲਖਾਇਓ, ਇਹਦੇ ਵਿੱਚ ਅਲਖ ਜਿਹੜਾ ਕਦੀ ਲਿਖਿਆ ਨਹੀਂ ਜਾ ਸਕਦਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਆਪ ਲਿਖਿਆ ਜਾਣਿਆ ਤੇ ਦੂਸਰਿਆਂ ਨੂੰ ਵੀ ਜਣਾਇਆ। ਆਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ। ਆਗਮ ਜੋ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਹੈ। ਗਤ ਗੰਭੀਰ, ਜਿਸ ਦੀ ਅਗਮ ਅਗਾਧ ਗਤੀ ਬਹੁਤ ਡੂੰਘੀ ਹੈ। ਸਤਿਗੁਰ ਪਰਚਾਇਓ, ਸਤਿਗੁਰੂ ਨੇ ਉਸ ਅਕਾਲ ਪੁਰਖ ਦੇ ਵਿੱਚ ਤੁਹਾਡਾ ਪਰਚਾਇਓ ਦਾ ਅਰਥ ਹੈ ਪ੍ਰੇਮ ਦਾ ਪਰਚਾ ਲਾ ਦਿੱਤਾ। ਤੁਹਾਡਾ ਉਸ ਅਲਖ ਅਗੋਚਰ ਗਹਿਰ ਗੰਭੀਰ ਗਤੀ ਵਾਲੇ ਵਾਹਿਗੁਰੂ ਦੇ ਵਿੱਚ ਪ੍ਰੇਮ ਦਾ ਪਰਚਾ ਲਾ ਦਿੱਤਾ। ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ। ਗੁਰੂ ਦੇ ਪਰਚੇ ਦੇ ਕਾਰਨ ਤੁਸੀਂ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ, ਅਥਵਾ ਗੁਰ ਪਰਚੈ ਪ੍ਰਵਾਨ, ਗੁਰੂ ਦੇ ਸ਼ਬਦ ਦੇ ਪਰਚੇ ਦੇ ਨਾਲ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਪ੍ਰਵਾਨ ਹੋ ਗਏ। ਰਾਜ ਮਹਿ ਜੋਗ ਕਮਾਇਓ, ਤੁਸੀਂ ਰਾਜ ਵਿੱਚ ਰਹਿੰਦਿਆਂ ਹੋਇਆਂ ਜੋਗ ਨੂੰ ਕਮਾਉਣਾ ਕੀਤਾ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਨਾਮ ਦੁਆਰਾ ਰਾਜ ਦਾ ਸੁਖ ਮਾਣਿਆ, ਕੀਰਤਨ ਦੁਆਰਾ ਯੋਗ ਦਾ ਆਨੰਦ ਮਾਣਿਆ। ਅਥਵਾ ਰਾਜ ਮੈਂ ਜੋਗ ਕਮਾਇਓ, ਰਾਜੇ ਹੋ ਕੇ ਰਾਜ ਦਾ ਸੁਖ ਵੀ ਭੋਗਿਆ ਤੇ ਰਾਜ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਲ ਜੋੜ ਕੇ ਯੋਗਾਸ ਚਿਤ ਬਿਰਤੀ ਨਿਰੋਧਾ, ਇਹ ਯੋਗ ਦਾ ਪ੍ਰਮੁੱਖ ਸੂਤਰ ਹੈ। ਰਾਜ ਵਿੱਚ ਰਹਿੰਦਿਆਂ ਹੋਇਆਂ ਉਸ ਵਾਹਿਗੁਰੂ ਨਾਲ ਸੁਰਤ ਜੋੜ ਕੇ ਤੁਸੀਂ ਰਾਜ ਤੇ ਯੋਗ ਦੇ ਆਨੰਦ ਨੂੰ ਮਾਣਿਆ ਤੇ ਰਾਜ ਯੋਗ ਦੀ ਕਮਾਈ ਕੀਤੀ। ਧੰਨ ਧੰਨ ਗੁਰ ਧੰਨ ਅਪਾਰ ਸਰ ਸੁਬਰ ਭਰਾਇਓ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਤਾ ਯੋਗ ਹੋ। ਤਿੰਨੇ ਕਾਲਾਂ ਦੇ ਵਿੱਚ ਵੀ ਤੁਸੀਂ ਧੰਤਾ ਯੋਗ ਹੋ। ਅਪਾਰ ਸਰ ਸੁਬਰ ਭਰਾਇਓ, ਜਿਹੜੇ ਸਰ ਸਰੋਵਰ ਅਪਾਰ ਖਾਲੀ ਸਨ, ਸੁਬਰ ਭਰਾਇਓ, ਉਹਨਾਂ ਨੂੰ ਲਵਾ ਲਾਉ ਭਰ ਦਿੱਤਾ। ਪ੍ਰਤੱਖ ਵੀ ਤੁਸੀਂ ਖਾਲੀ ਸਰੋਵਰਾਂ ਨੂੰ ਲਵਾ ਲਾਉ ਭਰ ਕੇ ਦਿਖਾ ਦਿੱਤਾ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਸ਼ਰਧਾ ਭਾਵਨਾ ਨਾਮ ਬਾਣੀ ਦੇ ਅੰਮ੍ਰਿਤ ਰਸ ਤੋਂ ਖਾਲੀ ਸਨ, ਉਹਨਾਂ ਨੂੰ ਵੀ ਭਾਵ ਭਗਤੀ ਨਾਮ ਬਾਣੀ ਦੇ ਅੰਮ੍ਰਿਤ ਰਸ ਦੇ ਨਾਲ ਲਵਾ ਲਾਉ ਭਰ ਦਿੱਤਾ। ਗੁਰਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ। ਗੁਰਗਮ ਪ੍ਰਮਾਣ, ਗੁਰੂ ਦੀ ਪਹੁੰਚ ਵਾਲੇ ਪ੍ਰਮਾਣ ਰੁਤਬੇ ਨੂੰ ਤੁਸਾਂ ਪ੍ਰਾਪਤ ਕੀਤਾ। ਭਾਵ ਗੁਰਤਾ ਗੱਦੀ ਦੇ ਮਾਲਕ ਹੋਏ। ਫਿਰ ਅਜਰ ਸ਼ਕਤੀ ਨੂੰ, ਭਾਣੇ ਨੂੰ ਜਰਿਆ। ਅਜਰ ਜਰਿਓ, ਜਿਹੜੀਆਂ ਰਿੱਧੀਆਂ ਸਿੱਧੀਆਂ ਸਨ, ਅੰਤ ਕਲਾ ਸਨ, ਉਹਨਾਂ ਨੂੰ ਪ੍ਰਾਪਤ ਕਰਕੇ ਜਣਾਇਆ ਨਹੀਂ, ਉਸ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਿਆ। ਜਦੋਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਅਖੀਰਲਾ ਇਤਿਹਾਸ ਪੜ੍ਹਦੇ ਹਾਂ, ਲਾਹੌਰ ਸ਼ਹਿਰ ਦੇ ਅੰਦਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ,
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਬਲਦੀ ਦੇਗ ਵਿੱਚ ਉਬਾਲਿਆ, ਤੱਤੀ ਲੋਹ 'ਤੇ ਬੈਠਾਇਆ, ਸੀਸ ਉੱਤੇ ਅੱਗ ਵਰਗਾ ਲਾਲ ਸੁਰਖ ਰੇਤਾ ਵੀ ਪਾਇਆ, ਪਰ ਗੁਰੂ ਮਹਾਰਾਜ ਨੇ ਉਸ ਭਾਣੇ ਨੂੰ ਵੀ ਮਿੱਠਾ ਕਰਕੇ ਮੰਨਿਆ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਅਜਰ ਜਰਿਓ ਤੋਂ ਭਾਵ ਇਹ ਵੀ ਹੈ, ਉਹ ਅਜਰ ਤਸੀਹਾ ਵੀ ਤੁਸੀਂ ਜਰਿਆ, ਆਪਣੇ ਮੂੰਹ ਤੋਂ ਹਾਈ ਸੀ ਤੋਬਾ ਇਹ ਸ਼ਬਦ ਨਹੀਂ ਉਚਾਰਨ ਕੀਤਾ ਅਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸਰ ਸੰਤੋਖ ਸਮਾਇਓ, ਸੰਤੋਖ ਦਾ ਸਰ ਕੀ ਹੈ? ਅਕਾਲ ਪੁਰਖ ਵਾਹਿਗੁਰੂ। ਸਮਾਇਓ, ਤੁਸੀਂ ਉਹਦੇ ਵਿੱਚ ਹੀ ਹਮੇਸ਼ਾ ਸਮਾਏ ਰਹੇ, ਆਪਣੀ ਚਿੱਤ ਬਿਰਤੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਸਰ ਸੰਤੋਖ ਸਮਾਇਓ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ 5 ਸਰੋਵਰ ਹਨ। ਉਹਨਾਂ ਵਿੱਚੋਂ ਇੱਕ ਦਾ ਨਾਮ ਸੰਤੋਖ ਸਰ ਵੀ ਹੈ। ਜਿੱਥੇ ਗੁਰਦੁਆਰਾ ਟਾਹਲੀ ਸਾਹਿਬ ਹੈ, ਉਹ ਸਰੋਵਰ ਦਾ ਨਾਮ ਸੰਤੋਖ ਸਰ ਹੈ। ਉਹ ਸਰੋਵਰ ਸਾਰਿਆਂ ਤੋਂ ਡੂੰਘਾ ਵੀ ਹੈ। ਜਦੋਂ ਹਜ਼ੂਰ ਉਸ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਉਹਦੇ ਵਿੱਚੋਂ ਇੱਕ ਮੱਟ ਨਿਕਲਿਆ। ਜਦੋਂ ਉਸ ਮੱਟ ਨੂੰ ਸਾਫ਼ ਕੀਤਾ, ਮਿੱਟੀ ਕੱਢੀ, ਉਹਦੇ ਵਿੱਚੋਂ ਇੱਕ ਯੋਗੀ ਨਿਕਲਿਆ। ਉਹਦਾ ਨਾਮ ਸੰਤੋਖਾ ਜੋਗੀ ਸੀ। ਉਹਦੇ ਨਾਮ 'ਤੇ ਗੁਰੂ ਮਹਾਰਾਜ ਨੇ ਸੰਤੋਖ ਸਰ ਸਰੋਵਰ ਬਣਾਇਆ ਸੀ ਅਤੇ ਉਹਦੀ ਕਲਿਆਣ ਵੀ ਕੀਤੀ। ਸੰਤੋਖ ਸਰ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਵਾਇਆ ਸੀ। ਬਾਕੀ ਜਿਹੜੇ ਹੋਰ ਸਰੋਵਰ ਨੇ, ਰਾਮਸਰ ਸਾਹਿਬ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਫਿਰ ਬਬੇਕਸਰ, ਬਬੇਕਸਰ ਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੋਇਆ, ਮਹਾਂਪੁਰਖ ਵੀ ਦੱਸਦੇ ਸਨ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਬੇਕਸਰ ਸਰੋਵਰ ਤਿਆਰ ਕਰਵਾਇਆ ਸੀ। ਉਸ ਸਰੋਵਰ ਦੇ ਕੰਢੇ 'ਤੇ ਬੈਠ ਕੇ ਬਬੇਕ ਦੀ ਵਿਚਾਰ ਕਰਦੇ ਸਨ। ਉਹਦਾ ਨਾਮ ਬਬੇਕਸਰ ਰੱਖ ਦਿੱਤਾ। ਚੌਥਾ ਸਰੋਵਰ ਹੈ ਕੌਲਸਰ, ਮਾਤਾ ਕੌਲਾਂ, ਜੋ ਬੰਦਗੀ ਕਰਨ ਵਾਲੇ ਗੁਰਮੁਖ ਰੋਹ ਸੀ। ਉਹਦੇ ਨਾਂ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੀ ਉਹ ਕੌਲਸਰ ਸਰੋਵਰ ਬਣਵਾਇਆ। ਅਤੇ ਫਿਰ 5ਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧਹੁ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਇਹ 5ਵਾਂ ਸਰੋਵਰ ਹੈ। ਸਰ ਸੰਤੋਖ ਸਮਾਇਓ, ਅੰਤਰੀ ਭਾਵ ਤੁਸੀਂ ਸੰਤੋਖ ਦਾ ਸਰ ਕੀ ਹੈ? ਸਤਿਗੁਰੂ। ਤੁਸੀਂ ਸਤਿਗੁਰੂ ਦੇ ਪਿਆਰ ਦੇ ਵਿੱਚ ਹੀ ਹਮੇਸ਼ਾ ਲਈ ਸਮਾਏ ਰਹੇ। ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ। ਕੱਲ ਪਟ ਕਹਿ ਰਿਹਾ ਹੈ, ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਸਹਿਜ ਯੋਗ ਨੂੰ ਨਿਜ ਆਪ ਖੁਦ ਪ੍ਰਾਪਤ ਕੀਤਾ। ਸਹਿਜ ਯੋਗ ਕਿਹੜਾ ਹੈ? ਇੱਕ ਤਾਂ ਹੈ ਹਠ ਯੋਗ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਯੋਗੀ ਲੋਕ ਕਰਦੇ ਸਨ। ਪਰ ਸਹਿਜ ਯੋਗ ਉਹ ਹੈ ਜਿਹੜਾ ਸੰਗਤ ਵਿੱਚ ਬੈਠ ਕੇ ਪਰਾ ਪਸੰਤੀ ਮਧਮਾ ਬੈਖਰੀ 4 ਬਾਣੀਆਂ ਦੁਆਰਾ ਸਿਮਰਨ ਕਰਨਾ, ਚਿੱਤ ਬਿਰਤੀ ਨੂੰ ਵਾਹਿਗੁਰੂ ਨਾਲ ਜੋੜਨਾ। ਇਹ ਸਹਿਜ ਯੋਗ ਹੈ, ਜਿਸ ਦੇ ਵਿੱਚ ਕੋਈ ਹਠ ਨਹੀਂ, ਪ੍ਰੇਮ ਦੀ ਪ੍ਰਧਾਨਤਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੁਸੀਂ ਇਸ ਸਹਿਜ ਯੋਗ ਨੂੰ
ਖੁਦ ਪ੍ਰਾਪਤ ਕੀਤਾ। ਸਹਿਜ ਦਾ ਅਰਥ ਗਿਆਨ ਵੀ ਹੈ। ਤੁਸੀਂ ਸਹਿਜ ਯੋਗ ਗਿਆਨ ਯੋਗ ਨੂੰ ਪ੍ਰਾਪਤ ਕੀਤਾ। ਗਿਆਨ ਪ੍ਰਾਪਤ ਕਰਕੇ ਤੇ ਵਾਹਿਗੁਰੂ ਨਾਲ ਜੁੜੇ ਰਹੇ। ਤੀਸਰਾ ਸਹਿਜ ਦਾ ਅਰਥ ਸ਼ਾਂਤੀ ਵੀ ਹੈ। ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਤੇ ਜੋ ਕਮਾਉਣਾ ਕੀਤਾ। ਚੌਥਾ ਸਹਿਜ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਤੁਸੀਂ ਵਾਹਿਗੁਰੂ ਦੇ ਨਾਲ ਜੁੜੇ ਤੇ ਇਹ ਸਹਿਜ ਯੋਗ ਨੂੰ ਵੀ ਤੁਸੀਂ ਆਪ ਪ੍ਰਾਪਤ ਕੀਤਾ। ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉਮੈ ਨਿਵਾਰਿਓ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਨਵੇਂ ਕਰਕੇ ਇਸ ਪੰਕਤੀ ਦੇ ਅਰਥ ਲੱਗਣਗੇ। ਅਲਖ ਅਪਾਰ ਗੁਰ ਸੂਰ, ਤੁਸੀਂ ਅਲਖ ਬੁੱਧੀ ਕਰਕੇ ਜਿਸ ਨੂੰ ਜਾਣਿਆ ਨਾ ਜਾਵੇ, ਅਪਾਰ ਪਾਰਾਵਾਰ ਤੋਂ ਰਹਿਤ, ਤੇ ਤੁਸੀਂ ਮਾਰਾ ਸੂਰਮੈ ਗੁਰੂ ਹੋ। ਸਿਰ ਉਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਐ ਅਲਖ ਅਪਾਰ ਤੇ ਗੁਰਸੂਰ ਸੂਰਮੇ ਸਤਿਗੁਰੂ। ਸ਼ਬਦ ਹਉਮੈ ਨਿਵਾਰਿਓ, ਤੁਸੀਂ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਹਉਮੈ ਨੂੰ ਨਿਵਰਤ ਕਰ ਦਿੱਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਅਮਿਓ ਰਸਨਾ ਬਦਨ ਬਰਦਾਤ। ਫਿਰ ਜਦੋਂ ਆਪ ਜੀ ਆਪਣੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਉਚਾਰਨ ਕਰਦੇ ਹੋ ਤੇ ਅੰਮ੍ਰਿਤ ਦੇ ਝਰਨੇ ਵਗਣ ਲੱਗ ਪੈਂਦੇ ਨੇ, ਅੰਮ੍ਰਿਤ ਦੀ ਵਰਖਾ ਹੋਣ ਲੱਗ ਜਾਂਦੀ ਹੈ। ਬਦਨ ਬਰਦਾਤ, ਤੇ ਆਪਣੇ ਮੁਖ ਤੋਂ ਤੁਸੀਂ ਸੰਗਤਾਂ ਨੂੰ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਸੇਵਾ ਕੀਤੀ ਉਹਨਾਂ ਨੂੰ ਵਰ ਵੀ ਦੇਣਾ ਕੀਤੇ। ਭਾਈ ਮਨ ਜੀ ਨੇ ਸੇਵਾ ਕੀਤੀ, ਉਹਨਾਂ ਨੂੰ ਇਹ ਵਰ ਦੀ ਦਾਤ ਬਖਸ਼ੀ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਭਾਈ ਬਹਿਲੋ ਜੀ ਨੇ ਸੇਵਾ ਕੀਤੀ, ਉਹਨਾਂ ਨੂੰ ਕਹਿ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋ। ਇਉਂ ਮਹਾਰਾਜ ਤੁਸੀਂ ਵਰਾਂ ਦੀ ਦਾਤ ਵੰਡਣਾ ਕੀਤੀ। ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਘਰ ਫਹਾਰਿਓ। ਪਰ ਪੰਚਾ ਹਰਨ ਦਾ ਅਰਥ ਹੈ ਸ਼ੇਰ। ਵੀ ਪੰਚਾ ਹਰਨ ਦਾ ਅਰਥ ਸ਼ੇਰ ਕਿਵੇਂ ਬਣ ਗਿਆ? ਪੰਚ ਦਾ ਅਰਥ ਹੈ ਪੰਜੇ। ਜਿਹੜਾ ਪੰਜਿਆਂ ਦੇ ਨਾਲ ਹਰਨ ਸ਼ਿਕਾਰ ਨੂੰ ਮਾਰਦਾ ਹੈ ਉਹ ਸ਼ੇਰ ਹੀ ਹੁੰਦਾ ਹੈ ਨਾ। ਹੁਣ ਤੁਸੀਂ ਆਖੋਗੇ ਵੀ ਸ਼ੇਰ ਦੇ ਪੰਜੇ ਤਾਂ 4 ਹੁੰਦੇ ਨੇ, ਇੱਥੇ 5 ਕਿਉਂ ਲਿਖਿਆ? ਪੰਜਵਾਂ ਉਹਦਾ ਮੂੰਹ ਹੁੰਦਾ, 4 ਉਹਦੇ ਪੰਜੇ ਹੁੰਦੇ ਨੇ, ਪੰਜਵਾਂ ਮੂੰਹ ਹੁੰਦਾ। ਇਸ ਲਈ ਪੰਜਿਆਂ ਵਾਲਾ ਜੋ ਸ਼ੇਰ ਹੈ ਦਲਿਓ, ਉਹਨੂੰ ਤੁਸੀਂ ਮਲਦਾਲ ਸੁੱਟਿਆ। ਅੰਤਰੀ ਭਾਵ ਇਹ ਹੈ ਪੰਚਾ ਹਰਨ ਦਲਿਓ, ਜਿਹੜਾ ਹੰਕਾਰ ਰੂਪੀ ਸ਼ੇਰ ਸੀ ਉਹਨੂੰ ਤੁਸੀਂ ਮਲਦਲ ਦਿੱਤਾ। ਕੁਛ ਵਿਦਵਾਨਾਂ ਨੇ ਪੰਚਾ ਹਰਨ ਦਾ ਅਰਥ ਅਗਿਆਨ ਵੀ ਕੀਤਾ, ਵੀ ਤੁਸੀਂ ਅਗਿਆਨ ਨੂੰ ਵੀ ਨਾਸ਼ ਕਰ ਦਿੱਤਾ। ਕੁਛ ਵਿਦਵਾਨਾਂ ਨੇ ਪੰਚਾ ਹਰਨ ਪਾਠ ਨੂੰ ਅਲੱਗ-ਅਲੱਗ ਕਰਕੇ ਇਉਂ ਵੀ ਅਰਥ ਕੀਤਾ ਹੈ ਵੀ 5 ਹਰਨ ਸਨ, 5 ਮਿਰਗ ਸਨ। ਉਹ ਕਿਹੜੇ ਸਨ? 5 ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੁਸੀਂ ਇਹਨਾਂ 5 ਹਰਨਾਂ ਨੂੰ, ਦਲਿਓ ਦਾ ਅਰਥ ਹੈ ਮਲਦਲ ਸੁੱਟਿਆ, ਇਹਨਾਂ 5 ਵਿਕਾਰ ਰੂਪੀ ਹਰਨਾਂ ਨੂੰ ਨਾਸ਼ ਕਰ ਦਿੱਤਾ। ਸੁਨ ਸਹਿਜ, ਫਿਰ ਉਹ ਫੁਰ ਅਵਸਥਾ ਦੇ ਵਿੱਚ ਟਿਕੇ ਤੇ ਸਹਿਜ ਆਤਮਕ ਅਡੋਲ ਅਵਸਥਾ ਦੇ ਵਿੱਚ ਆਪ ਜੀ ਨੇ ਨਿਵਾਸ ਕੀਤਾ। ਸੁਨ ਸਹਿਜ ਨਿਜ ਘਰ ਸਹਾਰਿਓ, ਫਿਰ ਆਪਣੇ ਤੁਰਿਆ ਪਦ ਰੂਪੀ ਘਰ ਦੇ ਵਿੱਚ ਪਹੁੰਚ ਕੇ ਸਹਾਰਿਓ, ਉਸ ਅਜਰ ਅਵਸਥਾ ਨੂੰ ਸਹਾਰਨਾ ਕੀਤਾ। ਸੁਨ ਸਹਿਜ ਨਿਜ ਘਰ ਸਹਾਰਿਓ। ਸੁਨ ਸਹਿਜ, ਸੁਨ ਜਿਹੜੀ ਅਫੁਰ ਅਵਸਥਾ ਹੈ, ਸਹਿਜ ਆਤਮਕ ਅਡੋਲ ਅਵਸਥਾ ਹੈ, ਤੇ ਨਿਜ ਕਰ ਤੁਰਿਆ ਅਵਸਥਾ ਹੈ। ਇਹ ਸਾਰੀਆਂ ਹੀ ਉੱਚੀਆਂ ਅਵਸਥਾ ਨੇ।
ਸਹਾਰਿਓ, ਇਹਨਾਂ ਨੂੰ ਪ੍ਰਾਪਤ ਵੀ ਕੀਤਾ ਹੈ ਅਤੇ ਇਹਨਾਂ ਨੂੰ ਸਹਾਰਿਆ ਵੀ। ਇਹਦਾ ਮਤਲਬ ਇਹ ਹੈ, ਇੱਕ ਮਨੁੱਖ ਦਾ ਸੁਭਾਵ ਹੈ, ਜਦੋਂ ਥੋੜ੍ਹੀ ਜਿਹੀ ਕੋਈ ਨਾ ਕੋਈ ਉੱਚੀ ਪਦਵੀ ਇਸ ਨੂੰ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹਦਾ ਹੰਕਾਰ ਵੀ ਨਾਲ ਹੀ ਪੈਦਾ ਹੋ ਜਾਂਦਾ ਹੈ। ਪਰ ਤੁਸੀਂ ਹੰਕਾਰ ਨਹੀਂ ਪੈਦਾ ਹੋਣ ਦਿੱਤਾ। ਇੰਨੀਆਂ ਉੱਚੀਆਂ ਪਦਵੀਆਂ ਦੇ ਮਾਲਕ ਹੋ ਕੇ ਤੁਸੀਂ ਇਹਨਾਂ ਨੂੰ ਸਹਾਰਿਆ, ਅਜਰ ਨੂੰ ਜਰ ਕੇ ਰੱਖਿਆ। ਹਰ ਨਾਮ ਲਾਗ ਜਗ ਉਦਰਿਓ, ਸਤਿਗੁਰ ਹਿਰਦੈ ਬਸਾਇਓ। ਫਿਰ ਜਿਸ ਵਾਹਿਗੁਰੂ ਦੇ ਨਾਮ ਦੇ ਲੜ ਲਾ ਕੇ ਸਾਰੇ ਸੰਸਾਰ ਦਾ ਉਧਾਰ ਹੋਇਆ ਹੈ, ਸਤਿਗੁਰ ਹਿਰਦੈ ਬਸਾਇਓ। ਐ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਸ ਨਾਮ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਵਸਾਇਆ। ਗੁਰ ਅਰਜਨ ਕਲ ਉਚਰੈ, ਤੈ ਜਨ ਕਹਿ ਕਲਸ ਦੀ ਪਾਇਓ। ਕੱਲ ਪਾਠ ਜੀ ਉਚਾਰਨ ਕਰ ਰਹੇ ਨੇ, ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤਾਂ ਜਨ ਕਹਿ ਕਲਸ ਦੀ ਪਾਇਓ। ਤੁਸੀਂ ਜਨਕ ਰਾਜੇ ਦੇ ਕਲਸ, ਜਿਹੜਾ ਉਸ ਦਾ ਪ੍ਰਤਾਪ ਦਾ ਕਲਸ ਸੀ, ਉਹਨੂੰ ਦੀ ਪਾਇਓ ਚਮਕਾ ਕੇ ਰੱਖ ਦਿੱਤਾ। ਭਾਵ ਜਨਕ ਰਾਜਾ ਗਿਆਨਵਾਨ ਸੀ, ਧਰਮੀ ਸੀ, ਦੁਨੀਆ ਉਹਦਾ ਜਸ ਕਰਦੀ ਸੀ, ਉਹਦੇ ਪ੍ਰਤਾਪ ਦਾ, ਉਹਦੇ ਜਾਹੋ ਜਲਾਲ ਦਾ ਗੁਣ ਗਾਇਨ ਕਰਦੀ ਸੀ। ਇਹ ਸੱਚੇ ਪਾਤਸ਼ਾਹ, ਤੁਸੀਂ ਵੀ ਜਨਕ ਰਾਜੇ ਦੇ ਕਲਸ ਤੋਂ ਭਾਵ ਹੈ, ਜਿਹੜਾ ਉਸਦਾ ਸ਼੍ਰੋਮਣੀ ਜਸ ਜਾਂ ਪ੍ਰਤਾਪ ਸੀ, ਉਹਨੂੰ ਹੋਰ ਚਾਰ ਚਾਰ ਚੰਨ ਲਾ ਦਿੱਤੇ। ਤੁਸੀਂ ਜਨਕ ਰਾਜੇ ਵਾਂਗੂ ਰਾਜ ਯੋਗ ਦਾ ਆਨੰਦ ਪ੍ਰਾਪਤ ਕੀਤਾ। ਅਥਵਾ ਜਨ ਕਹਿ ਕਲਸ ਦੀ ਪਾਇਓ। ਜਨ ਜਿਹੜੇ ਆਪ ਜੀ ਦੇ ਦਾਸ ਸਨ, ਸੰਤ ਭਗਤ ਗੁਰਸਿੱਖ, ਅਤੇ ਉਹਨਾਂ ਦੀ ਜਿਹੜੀ ਕਲਸ ਤੋਂ ਭਾਵ ਹੈ, ਜਿਹੜਾ ਉਹਨਾਂ ਦਾ ਰੁਤਬਾ ਸੀ ਗਿਆਨ ਦਾ, ਦੀ ਪਾਇਓ, ਉਹਨੂੰ ਹੋਰ ਅੱਗੇ ਪ੍ਰਜਵਲਿਤ ਕਰ ਦਿੱਤਾ, ਉਸ ਨੂੰ ਜਗਮਗ ਜਗਮਗ ਕਰਨ ਲਾ ਦਿੱਤਾ। ਆਪਣੇ ਦਾਸਾਂ 'ਤੇ ਗੁਰਸਿੱਖਾਂ 'ਤੇ ਮਿਹਰ ਕਰਕੇ ਉਹਨਾਂ ਦੇ ਗਿਆਨ ਦੇ ਕਲਸ ਨੂੰ ਤੇ ਹੋਰ ਚਮਕਾ ਦਿੱਤਾ। ਐਸੀ ਤੁਸੀਂ ਮਹਾਨ ਕਿਰਪਾ ਦੇ ਮਾਲਕ ਹੋ। ਸੋਰਠੇ ਗੁਰ ਅਰਜਨ ਪੁਰਖ ਪਰਮਾਨ, ਪਾਰਥੋ ਚਾਲੈ ਨਹੀਂ। ਤੀਜਾ ਅਰਥ ਜਨ ਕਹਿ ਕਲਸ ਦੀ ਪਾਇਓ, ਇਹ ਵੀ ਕੀਤਾ ਹੈ। ਜਨ ਕਹਿ ਕਲਸ ਦੀ ਪਾਇਓ, ਕਲਸ ਤੋਂ ਭਾਵ ਗਿਆਨ ਹੈ। ਜਿਹੜਾ ਜਨਕ ਰਾਜੇ ਕੋਲ ਗਿਆਨ ਸੀ, ਤੇ ਉਸ ਸ਼੍ਰੋਮਣੀ ਗਿਆਨ ਨੂੰ ਦੀ ਪਾਇਓ ਤੁਸੀਂ ਹੋਰ ਅੱਗੇ ਚਾਰ ਚੰਨ ਲਾ ਦਿੱਤੇ। ਹੁਣ ਅੱਗੇ ਸੋਰਠੇ ਛੰਦ ਵਿੱਚ, ਇਹ ਦੋਹਰੇ ਦਾ ਉਲਟਾ ਰੂਪ ਹੁੰਦਾ, ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ ਹੋ ਰਹੀ ਹੈ। ਗੁਰੂ ਅਰਜਨ ਪੁਰਖ ਪ੍ਰਮਾਣ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਪੁਰਖ ਪ੍ਰਮਾਣ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਮਾਣ ਦਾ ਅਰਥ ਹੈ ਬਰਾਬਰ ਹੋ। ਗੁਰ ਅਰਜਨ ਪ੍ਰਤੱਖ ਹਰ, ਪਾਰਥੋ ਚਾਲੈ ਨਹੀਂ। ਤੁਹਾਡਾ ਨਿਸ਼ਚਾ, ਤੁਹਾਡਾ ਯਕੀਨ, ਤੁਹਾਡਾ ਭਰੋਸਾ ਇੰਨਾ ਪਰਪੱਕ ਹੈ, ਇੰਨਾ ਨਿਸ਼ਚਾ ਅਡੋਲ ਹੈ। ਪਾਰਥੋ ਦਾ ਅਰਥ ਹੈ ਦੁਆਪਰ ਦੇ ਵਿੱਚ ਪਾਂਡਵਾਂ ਦੀ ਕੁਲ ਦੇ ਵਿੱਚ ਅਰਜਨ ਨਾਮ ਦਾ ਸੂਰਮਾ ਹੋਇਆ। ਉਹ ਜਦੋਂ ਮੈਦਾਨੇ ਜੰਗ ਦੇ ਵਿੱਚ ਡਟ ਜਾਂਦਾ ਸੀ, ਉਹ ਹਿਲਦਾ ਨਹੀਂ ਸੀ, ਉਹਦਾ ਪੈਰ ਨਹੀਂ ਸੀ ਉੱਥੋਂ ਕੋਈ ਹਿਲਾ ਸਕਦਾ। ਪਾਰਥੋ ਚਾਲੈ ਨਹੀਂ। ਇਸੇ ਤਰ੍ਹਾਂ ਮਹਾਰਾਜ ਤੁਸੀਂ ਵੀ ਜੋ ਆਪਣੇ ਮਨ ਦੇ ਵਿੱਚ ਇੱਕ ਵਾਰੀ ਸੰਕਲਪ ਧਾਰਨ ਕਰ ਲਿਆ, ਤੇ ਫਿਰ ਅਰਜਨ ਵਾਂਗੂ ਉੱਥੋਂ ਪੈਰ ਪਿੱਛੇ ਨਹੀਂ ਪੈਣ ਦਿੱਤਾ, ਉੱਥੇ ਅਡੋਲ ਹੋ ਕੇ ਖੜੇ ਰਹੇ। ਨੇਜਾ ਨਾਮ ਨੀਸਾਨ, ਸਤਿਗੁਰ ਸ਼ਬਦ ਸਵਾਰਿਓ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਅਨਵੇਂ ਕਰਕੇ ਅਰਥ ਲੱਗੇਗਾ ਸ਼ਬਦ ਸਵਾਰਿਓ। ਤੁਸੀਂ ਗੁਰੂ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸਵਾਰਿਆ। ਕਿਵੇਂ ਸਵਾਰਿਆ ਹੈ? ਨੇਜਾ ਨਾਮ ਨਿਸ਼ਾਨ। ਵਾਹਿਗੁਰੂ ਦੇ ਨਾਮ ਦਾ ਨੇਜਾ ਤੁਹਾਡੇ ਹੱਥ ਵਿੱਚ ਹੈ, ਅਤੇ ਨਾਮ ਦਾ ਹੀ ਨਿਸ਼ਾਨ ਝੰਡਾ ਝੂਲ ਰਿਹਾ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਸੂਰਮੇ ਜੰਗ ਲਈ ਚੜ੍ਹਦੇ ਸਨ, ਉਸ ਵੇਲੇ ਫਰਲਿਆਂ ਵਾਲੇ ਨਿਸ਼ਾਨ ਸਾਹਿਬ, ਜਿਨ੍ਹਾਂ ਉੱਤੇ ਨੇਜਾ
ਵਰਸ਼ੇ ਦਾ ਉੱਪਰ ਚਿੰਨ੍ਹ ਵੀ ਹੁੰਦਾ ਸੀ ਅਤੇ ਨਾਲ ਫਰਲਾ ਵੀ ਝੂਲਦਾ ਸੀ। ਉਹ ਤੁਸੀਂ ਆਪਣੇ ਹੱਥ ਵਿੱਚ ਲਿਆ ਹੋਇਆ ਨੇਜਾ ਨਾਮ ਨਿਸ਼ਾਨ, ਨਾਮ ਦਾ ਨੇਜਾ ਵਰਸ਼ਾ ਅਤੇ ਨਾਮ ਦਾ ਇਹ ਨਿਸ਼ਾਨ ਸਾਹਿਬ ਹੱਥ ਵਿੱਚ ਪਕੜਿਆ ਹੋਇਆ ਹੈ ਅਤੇ ਸਤਿਗੁਰੂ ਮਹਾਰਾਜ ਦੇ ਸ਼ਬਦ ਦੁਆਰਾ ਤੁਸੀਂ ਆਪਣੇ ਜੀਵਨ ਨੂੰ ਸਵਾਰਨਾ ਕੀਤਾ। ਭਵ ਜਲ ਫਾਇਰ ਫੇਤ ਨਾਮ ਹਰੀ ਕਾ ਬੋਹਿ ਥਾ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਵ ਜਲ ਸਾਇਰ ਸੇਤ, ਇਹ ਜਿਹੜਾ ਭਾਵ ਸਾਗਰ ਹੈ, ਸੰਸਾਰ ਹੈ, ਇਹ ਇੱਕ ਬੜਾ ਡਰਾਉਣਾ ਸਾਇਰ ਸਮੁੰਦਰ ਹੈ। ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੋਂ ਨਾਨਕ ਦੇਹੁ ਸੱਚਾ ਵਿਚਾਰੋ। ਭਵ ਜਲ ਸਾਇਰ ਸੇਤ, ਇਹ ਸੰਸਾਰ ਇੱਕ ਸਮੁੰਦਰ ਸੀ। ਇਹਦੇ ਵਿੱਚ ਤੁਸੀਂ ਨਾਮ ਦਾ ਸੇਤ ਪੁਲ ਬੰਨ੍ਹ ਦਿੱਤਾ ਬਈ ਆਸਾਨੀ ਦੇ ਨਾਲ ਇਸ ਨੂੰ ਪਾਰ ਕੀਤਾ ਜਾਵੇ। ਨਾਮ ਹਰੀ ਕਾ ਬੋਹਿ ਥਾ, ਅਤੇ ਨਾਲ ਹੀ ਮਹਾਰਾਜ ਤੁਸੀਂ ਇਸ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਜਹਾਜ਼ ਬਣਾ ਕੇ ਸੰਗਤਾਂ ਨੂੰ ਬਖਸ਼ਿਸ਼ ਕੀਤਾ। ਨਾਮ ਦਾ ਹੀ ਪੁਲ ਬੰਨਿਆ ਅਤੇ ਨਾਮ ਦਾ ਹੀ ਜਹਾਜ਼ ਤੁਸੀਂ ਬਣਾ ਕੇ ਸੰਗਤਾਂ ਨੂੰ ਦਿੱਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ, ਇਹਦਾ ਇਸ ਤਰ੍ਹਾਂ ਵੀ ਅਰਥ ਮਹਾਂਪੁਰਖ ਕਰਦੇ ਸਨ। ਸੇ ਤੋਂ ਭਾਵ ਹੈ ਉਜਲ, ਭਵ ਜਲ ਸਾਇਰ, ਅਨਵੇਂ ਕਰਕੇ ਸੰਸਾਰ ਸਮੁੰਦਰ ਹੈ। ਸੇਤ ਨਾਮ ਅਰਥ ਵਾਸਤੇ ਜਿਹੜਾ ਵਾਹਿਗੁਰੂ ਦਾ ਉਜਲ ਨਾਮ ਹੈ, ਨਿਰਮਲ ਨਾਮ ਹੈ, ਦੁੱਧ ਵਰਗਾ ਚਿੱਟਾ ਉਜਲ ਨਾਮ ਹੈ, ਵਾਹਿਗੁਰੂ ਦਾ ਇਹ ਜਹਾਜ਼ ਹੈ। ਪਹਿਲਾ ਅਰਥ ਸੇਤ ਦਾ ਪੁਲ ਕੀਤਾ ਸੀ, ਨਾਮ ਦਾ ਪੁਲ ਅਤੇ ਨਾਮ ਦਾ ਜਹਾਜ਼ ਤੁਸੀਂ ਬਖਸ਼ਿਸ਼ ਕੀਤਾ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ। ਅਤੇ ਹੁਣ ਇੱਥੇ ਭਵ ਜਲ ਸਾਇਰ ਸੰਸਾਰ ਸਮੁੰਦਰ ਸੀ ਅਤੇ ਵਾਹਿਗੁਰੂ ਦਾ ਉਜਲ ਨਾਮ ਇਹ ਤੁਸੀਂ ਇੱਕ ਜਹਾਜ਼ ਬਖਸ਼ਿਸ਼ ਕਰ ਦਿੱਤਾ। ਤੋ ਸਤਿਗੁਰ ਫੰਗ ਹੇਤ ਨਾਮ ਲਾਗ ਜਗ ਉਦਰਿਓ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਸੱਚੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਸੰਗ ਹੇਤ, ਸੰਗ ਭਲੀ ਪ੍ਰਕਾਰ ਹੇਤ ਪ੍ਰੇਮ ਸੀ। ਨਾਮ ਲਾਗ ਜਗ ਉਦਰਿਓ, ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਲੱਗ ਕੇ ਤੁਸੀਂ ਸੰਸਾਰ ਦਾ ਉਧਾਰ ਕੀਤਾ। ਤੁਹਾਡਾ ਸਤਿਗੁਰੂ ਦੇ ਨਾਲ ਬਹੁਤਾ ਪ੍ਰੇਮ ਸੀ ਅਤੇ ਨਾਲ ਨਾਮ ਦੇ ਲੜ ਲਾ ਕੇ, ਕਿਉਂ ਨਾਮ ਜਹਾਜ਼ ਹੈ, ਨਾਮ ਦੀ ਟੇਕ ਬਖਸ਼ਿਸ਼ ਕਰਕੇ ਜਗ ਉਧਰਿਓ, ਤੁਸੀਂ ਸਾਰੇ ਸੰਸਾਰ ਦਾ ਉਧਾਰ ਕਰ ਦਿੱਤਾ ਹੈ। ਜਗਤ ਉਦਾਹਰਣ ਨਾਮ ਸਤਿਗੁਰ ਤੁਠੈ ਪਾਇਓ। ਲਓ ਹੁਣ ਅੱਗੇ ਫਿਰ ਉਸੇ ਸਿਧਾਂਤ ਨੂੰ ਸਪਸ਼ਟ ਕਰਦੇ ਨੇ। ਜਗਤ ਉਦਾਹਰਣ ਨਾਮ, ਸੰਸਾਰ ਨੂੰ ਭਵ ਸਾਗਰ ਤੋਂ ਉਦਾਹਰਣ ਵਾਲਾ ਵਾਹਿਗੁਰੂ ਦਾ ਨਾਮ ਹੈ। ਨਾਮ ਹਰੀ ਕਾ ਬੋਹਿ ਥਾ, ਸਤਿਗੁਰ ਤੁਠੈ ਪਾਇਓ, ਅਤੇ ਸਤਿਗੁਰੂ ਦੇ ਪ੍ਰਸੰਨ ਹੋਣ ਦੇ ਨਾਲ ਤੁਸਾਂ ਉਸ ਨਾਮ ਨੂੰ ਪ੍ਰਾਪਤ ਕੀਤਾ। ਅਬ ਨਾਹੇ ਅਵਰ ਫਰ ਕਾਮ ਬਾਰ ਅੰਤਰ ਪੂਰੀ ਪੜੀ। ਹੁਣ ਇਸ ਨਾਮ ਤੋਂ ਬਿਨਾਂ ਹੋਰ ਕੋਈ ਇਹਦੇ ਬਰਾਬਰ ਦਾ ਕੰਮ ਨਹੀਂ ਤੁਸੀਂ ਸਮਝਿਆ। ਅਬ ਨਾਹੇ ਅਵਰ ਸਰ ਕਾਮ, ਇਸ ਨਾਮ ਦੇ ਬਰਾਬਰ ਹੋਰ ਤੁਸੀਂ ਕੋਈ ਹੋਰ ਦੁਨੀਆ ਦਾ ਕੰਮਕਾਰ ਨਹੀਂ ਸਮਝਿਆ। ਨਾਮ ਨੂੰ ਸਭ ਤੋਂ ਉੱਤਮ ਜਾਣਿਆ ਹੈ। ਬਾਹਰ ਅੰਤਰ ਪੂਰੀ ਪੜੀ, ਬਾਹਰ ਅੰਤਰ ਤੁਸੀਂ ਗੁਰੂ ਦੇ ਦਰ ਦੇ ਅੰਦਰ ਆਏ। ਗੁਰੂ ਦੇ ਦਰ ਦੇ ਉੱਤੇ ਆ ਕੇ ਤੁਸੀਂ ਇਸ ਨਾਮ ਦੀ ਦਾਤ ਨੂੰ ਪ੍ਰਾਪਤ ਕੀਤਾ ਅਤੇ ਪੂਰੀ ਪੜੀ, ਤੁਹਾਡੀ ਪੂਰੀ ਪੈ ਗਈ। ਇਹਦਾ ਮਤਲਬ ਇਹ ਹੈ ਤੁਹਾਡੀ ਜ਼ਿੰਦਗੀ ਸਫਲ ਹੋ ਗਈ, ਤੁਹਾਡਾ ਜਨਮ ਸਫਲ ਹੋ ਗਿਆ। ਤੁਸੀਂ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰ ਲਈ। ਬਾਰ ਅੰਤਰ ਦਾ ਅਰਥ ਹੈ ਦਰ ਦੇ ਉੱਤੇ ਆਉਣਾ। ਗੁਰੂ ਦੇ ਦਰ 'ਤੇ ਆ ਕੇ ਤੁਸੀਂ ਨਾਮ ਦੀ ਦਾਤ ਪ੍ਰਾਪਤ ਕੀਤੀ, ਅਥਵਾ ਬਾਰ ਅੰਤਰ ਪੂਰੀ ਪੜੀ।
ਜਦੋਂ ਨਾਮ ਦੀ ਦਾਤ ਪ੍ਰਾਪਤ ਹੋ ਗਈ ਤੇ ਬਾਹਰ ਅੰਤਰ ਦਾ ਅਰਥ ਹੈ ਅੰਦਰ ਤੇ ਬਾਹਰ। ਆਦਮੀ ਜਾਂ ਘਰ ਵਿੱਚ ਹੁੰਦਾ ਜਾਂ ਬਾਹਰ ਜਾਂਦਾ, ਬਾਹਰ ਅੰਤਰ, ਅੰਦਰ ਤੇ ਬਾਹਰ ਤੁਹਾਡੀ ਪੂਰੀ ਪੈ ਗਈ। ਚਾਹੇ ਤੁਸੀਂ ਘਰ ਦੇ ਵਿੱਚ ਸੀ ਤੇ ਚਾਹੇ ਤੁਸੀਂ ਬਾਹਰ ਸੀ, ਪਰਉਪਕਾਰ ਲਈ ਗਏ, ਸਭ ਥਾਵਾਂ ਤੇ ਤੁਹਾਡੀ ਪੂਰੀ ਪੈ ਗਈ। ਭਾਵ ਅੰਦਰ ਬਾਹਰ ਜਿੱਥੇ ਮਰਜੀ ਤੁਸੀਂ ਗਏ, ਪਰ ਤੁਹਾਡੇ ਉੱਤੇ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਪੈ ਸਕਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਲਓ ਹੁਣ ਗੁਰੂ ਮਹਾਰਾਜ ਦੇ ਪਾਸ ਸਵਾਲ ਕੀਤਾ ਬਈ ਗੁਰੂ ਨਾਨਕ ਸਾਹਿਬ ਕੌਣ ਸਨ? ਪਿੱਛੇ ਆਖਿਆ ਸੀ ਨਾ, ਤੂੰ ਤਾਂ ਜਨਕ ਰਾਜਾ ਅਵਤਾਰ, ਤੁਸੀਂ ਜਨਕ ਰਾਜੇ ਦਾ ਅਵਤਾਰ ਹੋ। ਕਈ ਕਹਿੰਦੇ ਵੀ ਵਿਸ਼ਨੂੰ ਦਾ ਅਵਤਾਰ ਸਨ। ਨਹੀਂ ਨਹੀਂ ਨਹੀਂ, ਹੁਣ ਇੱਥੇ ਭੱਟ ਆਪਣਾ ਨਿਸ਼ਚਾ ਪ੍ਰਗਟ ਕਰਦੇ ਹਨ। ਜੋਤ ਰੂਪ ਹਰ ਆਪ, ਜੋ ਵਾਹਿਗੁਰੂ ਆਪ ਜੋਤੀ ਸਰੂਪ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਨਾਨਕ ਕਹਾਇਓ, ਉਹੀ ਗੁਰੂ ਨਾਨਕ ਅਖਵਾਏ। ਇਹਦਾ ਮਤਲਬ ਇਹ ਹੈ, ਉਸ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਗੁਰੂ ਨਾਨਕ ਸਰੂਪ ਧਾਰਨ ਕੀਤਾ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਲੋ ਫਿਰ ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣੇ। ਕਿਵੇਂ ਗੁਰੂ ਬਣੇ ਤੇ ਕਦੋਂ ਗੁਰੂ ਬਣੇ? ਤਤ ਸਿਉ ਤਤ ਮਿਲਾਇਓ। ਜਦੋਂ ਉਹਨਾਂ ਦੀ ਤਤ ਪਰਤਕ ਜੋਤ ਆਤਮਾ ਨੂੰ ਤੇ ਆਪਣੀ ਗੁਰੂ ਜੋਤ ਵਿੱਚ ਮਿਲਾ ਦਿੱਤਾ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਪੂਰਨ ਹੁਕਮ ਮੰਨਿਆ। ਜੇ ਰਾਤ ਨੂੰ ਦਿਨ ਕਹਿ ਦਿੱਤਾ, ਦਿਨ ਨੂੰ ਰਾਤ ਕਹਿ ਦਿੱਤਾ, ਉਹ ਵੀ ਸੱਤ ਕਰਕੇ ਮੰਨਿਆ। ਕੋਈ ਵੀ ਹੁਕਮ ਗੁਰੂ ਮਹਾਰਾਜ ਨੇ ਕੀਤਾ ਉਹਨੂੰ ਪੂਰਨ ਤੌਰ ਤੇ ਮੰਨਿਆ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੁਰੂ ਜੋਤ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਦਿੱਤੀ। ਆਪਣਾ ਆਪ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਦਿੱਤਾ। ਉਹਨਾਂ ਦੀ ਜੋਤ ਨੂੰ ਆਪਣੇ ਵਿੱਚ ਮਿਲਾਇਆ। ਇਉਂ ਤਤ ਸਿਉ ਤਤ ਮਿਲਾਇਓ। ਉਹਨਾਂ ਦੀ ਪਰਤਕ ਜੋਤ ਨੂੰ ਆਪਣੀ ਗੁਰੂ ਜੋਤ ਨਾਲ ਮਿਲਾਇਆ। ਇਸ ਢੰਗ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਬਣ ਗਏ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਫਿਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਧਾਰਨ ਕਰਕੇ ਅਮਰ ਸਤਿਗੁਰ ਥਿਰ ਕੀਓ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਗੁਰਤਾ ਦੇ ਤਖਤ ਤੇ ਥਿਰ ਕੀਓ ਸਥਾਪਨਾ ਕੀਤਾ। ਉਹਨਾਂ ਨੂੰ ਗੁਰਤਾ ਦੇ ਤਖਤ ਤੇ ਬਿਠਾਇਆ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਤਰ, ਜਿਹੜਾ ਅੰਮ੍ਰਿਤ ਤੋਂ ਭਾਵ ਹੈ ਮਿਰਤੂ ਤੋਂ ਰਹਿਤ, ਸੱਚਾ ਛਤਰ ਸੀ। ਕਿਉਂਕਿ ਗੁਰੂ ਮਹਾਰਾਜ ਦਾ ਤਖਤ ਚਬਰ ਤੇ ਤਖਤ ਦੇ ਨਾਲ ਸੰਬੰਧਿਤ ਹੈ। ਜਦੋਂ ਆਪਾਂ ਗੁਰੂ ਮਹਾਰਾਜ ਦਾ ਨਾਮ ਲੈਂਦੇ ਹਾਂ ਨਾ, ਚਬਰ ਤਖਤ ਛਤਰ ਦੇ ਮਾਲਕ ਕਹਿੰਦੇ ਹਾਂ। ਇਉਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਮਰਦਾਸ ਅੰਮ੍ਰਿਤ ਛਤਰ, ਜਿਹੜਾ ਮਿਰਤੂ ਤੋਂ ਰਹਿਤ ਸੱਚਾ ਜਸ ਦਾ ਛਤਰ ਸੀ, ਤੇ ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਦੇ ਦਿੱਤਾ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰ ਰਾਮੈ ਦਿਓ, ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕਰ ਦਿੱਤਾ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਨ। ਹੁਣ ਮਥੁਰਾ ਪਟ ਜੀ ਦੇ ਇਹ ਸਵਈਏ ਚੱਲ ਪਏ ਨੇ। ਗੁਰ ਰਾਮਦਾਸ ਦਰਸ਼ਨ ਪਰਸ, ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਕੇ ਤੇ ਪਰਸ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਕੇ, ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਮੁਰਾਤਬੇ ਤੇ ਉਸ ਪਦਵੀ ਤੇ ਪਹੁੰਚ ਗਏ ਨੇ। ਕਹਿ ਮਥੁਰਾ ਅੰਮ੍ਰਿਤ ਬੈਣ।
ਮਥੁਰਾ ਪਟ ਅੰਮ੍ਰਿਤ ਰੂਪ ਬੈਨ ਬਚਨ ਉਚਾਰਨ ਕਹਿ ਰਿਹਾ ਹੈ, ਕਰ ਰਿਹਾ ਹੈ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜਨ ਪਿਖੋ ਨੈਣ। ਲਓ, ਜਿਹੜੀ ਕਲਾ ਗੁਰੂ ਨਾਨਕ ਸਾਹਿਬ ਵਿੱਚ ਵਰਤਦੀ ਸੀ, ਫਿਰ 4 ਸਰੂਪਾਂ ਵਿੱਚ ਵਰਤੀ। ਮੂਰਤ ਪੰਜ ਪ੍ਰਮਾਣ ਪੁਰਖ, ਮੂਰਤ ਪੰਜ, ਪੰਜਵੇਂ ਸਰੂਪ ਪ੍ਰਮਾਣ ਪੁਰਖ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਮਾਣ ਦਾ ਅਰਥ ਹੈ ਬਰਾਬਰ, ਉਹਦੇ ਸੁਦਰਸ। ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਮਾਣ ਸੁਦਰਸ ਨੇ। ਗੁਰ ਅਰਜਨ ਪਿੱਖੋ ਨੈਣ ਤੇ ਪਾਈ ਆਜੋ, ਜੇ ਕਿਸੇ ਨੇ ਉਸ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ ਤੇ ਉਹ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰਾਂ ਦੇ ਨਾਲ ਦਰਸ਼ਨ ਕਰ ਲਵੋ। ਸਤ ਰੂਪ ਸਤ ਨਾਮ, ਸਤ ਸੰਤੋਖ ਧਰਿਓ ਔਰ। ਲਓ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਭਗਤੀ ਕੀਤੀ। ਸਤ ਰੂਪ, ਜਿਹੜਾ ਵਾਹਿਗੁਰੂ ਦਾ ਸੱਚਾ ਸਰੂਪ ਸੀ ਤੇ ਸੱਚਾ ਨਾਮ ਸੀ, ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਸਤ ਸੰਤੋਖ ਧਰਿਓ ਔਰ, ਤੇ ਜਿਹੜੇ ਸਤ ਸੰਤੋਖ ਆਦਿਕ ਦੇਵੀ ਗੁਣ ਸਨ ਤੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਆਦ ਪੁਰਖ ਪਰਤਖ, ਲਿਖਿਓ ਅਛਰ ਮਸਤਕ ਧੁਰ। ਆਦ ਪੁਰਖ ਜੋ ਅਕਾਲ ਪੁਰਖ ਹੈ, ਉਹਨੇ ਪ੍ਰਤੱਖ ਦਾ ਅਰਥ ਹੈ ਜ਼ਾਹਰਾ ਤੌਰ ਤੇ। ਲਿਖਿਓ ਅਛਰ ਮਸਤਕ ਧੁਰ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥੇ ਤੇ ਧੁਰ ਦਰਗਾਹ ਤੋਂ ਲਿਖਿਓ ਅਛਰ, ਵੀ ਅਛਰ ਤੋਂ ਭਾਵ ਹੈ ਅੱਖਰ ਲਿਖ ਦਿੱਤੇ, ਭਾਗ ਲਿਖ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਭਾਗ ਲਿਖ ਦਿੱਤਾ ਵੀ ਇਹ ਵੀ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਮਾਲਕ ਹੋਣਗੇ। ਪ੍ਰਗਟ ਜੋਤ ਜਗਮਗੈ, ਤੇਜ ਭੂ ਮੰਡਲ ਛਾਇਓ। ਹੁਣ ਜਿਹੜੀ ਗੁਰੂ ਜੋਤ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਪ੍ਰਗਟ ਹੋ ਗਈ ਹੈ ਤੇ ਜਗਮਗ ਹੈ। ਜਗਮਗ ਜਗਮਗ ਕਰਕੇ ਉਹ ਹੁਣ ਚਮਕ ਰਹੀ ਹੈ, ਪ੍ਰਕਾਸ਼ ਰਹੀ ਹੈ। ਤੇਜ ਭੂ ਮੰਡਲ ਛਾਇਓ, ਉਸ ਗੁਰੂ ਦੀ ਜੋਤ ਦਾ ਤੇਜ ਪ੍ਰਤਾਪ, ਉਹਦਾ ਚਾਨਣ, ਉਹਦਾ ਨੂਰ, ਉਹਦਾ ਜ਼ਹੂਰ ਭੂ ਮੰਡਲ ਛਾਇਓ, ਇਸ ਪ੍ਰਿਥਵੀ ਮੰਡਲ ਦੇ ਵਿੱਚ ਛਾਇਓ ਦਾ ਅਰਥ ਖਿੱਲਰ ਗਿਆ, ਸਾਰੀ ਧਰਤੀ ਤੇ ਫੈਲ ਗਿਆ। ਪਾਰਸ ਪਰਸ ਪਰਸ ਪਰਸ, ਗੁਰ ਗੁਰੂ ਕਹਾਇਓ। ਲੋ, ਪਾਰਸ ਨੂੰ ਪਰਸ ਕੇ, ਭਾਵ ਗੁਰੂ ਨਾਨਕ ਸਾਹਿਬ ਜੀ ਪਾਰਸ ਸਨ, ਉਹਨਾਂ ਨੂੰ ਪਰਸ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਰਸ ਗੁਰੂ ਬਣ ਗਏ। ਫਿਰ ਉਸ ਪਾਰਸ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਰਸ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਰਸ ਗੁਰੂ ਬਣ ਗਏ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਪਾਰਸ ਗੁਰੂ ਅਮਰਦਾਸ ਮਹਾਰਾਜ ਨੂੰ ਪਰਸ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣ ਗਏ। ਤੇ ਹੁਣ ਪੰਜਵੇਂ ਥਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਰਸ ਗੁਰੂ ਰਾਮਦਾਸ ਮਹਾਰਾਜ ਨੂੰ ਪਰਸ ਕੇ ਗੁਰ ਗੁਰੂ ਕਹਾਇਓ। ਉਹ ਗੁਰੂਆਂ ਦੇ ਗੁਰੂ ਆਪਣੇ ਆਪ ਨੂੰ ਅਖਵਾ ਰਹੇ ਨੇ, ਅਥਵਾ ਗੁਰੂ ਨੇ ਉਹਨਾਂ ਨੂੰ ਗੁਰੂ ਅਖਵਾ ਦਿੱਤਾ। ਭਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ। ਮਥੁਰਾ ਪਟ ਜੀ ਕਹਿ ਰਹੇ ਨੇ ਮੂਰਤ ਸਦਾ ਥਿਰ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਦਾ ਥਿਰ ਹਮੇਸ਼ਾ ਲਈ ਕਾਇਮ ਰਹਿਣ ਵਾਲਾ ਕੌਣ ਹੈ? ਅਕਾਲ ਪੁਰਖ, ਉਹਦਾ ਮੂਰਤ ਸਰੂਪ ਹਨ। ਲਾਏ ਚਿਤ ਸਨਮੁਖ ਰਹੋ, ਤੁਸੀਂ ਗੁਰੂ ਮਹਾਰਾਜ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹਨਾਂ ਦੇ ਨਾਲ ਚਿੱਤ ਨੂੰ ਲਾ ਕੇ ਜੋੜ ਕੇ ਤੇ ਉਹਨਾਂ ਦੇ ਸਨਮੁਖ ਹਮੇਸ਼ਾ ਰਿਹਾ ਕਰੋ। ਕਦੇ ਗੁਰੂ ਤੋਂ ਬੇਮੁਖ ਨਾ ਹੋਵੋ ਤੇ ਚਿੱਤ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹਨਾਂ ਦੇ ਸਨਮੁਖ ਹੋਏ ਰਿਹਾ ਕਰੋ। ਕਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰੇਸ਼ਟ ਲਗ ਬੇਤਰਹੁ। ਲੋ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਕਲਯੁਗ ਦੇ ਵਿੱਚ ਜਹਾਜ਼ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਲਯੁਗ ਦੇ ਜਹਾਜ਼ ਨੇ। ਸਗਲ ਸ੍ਰਿਸ਼ਟ ਲਗ ਬੇਤਰਹੁ, ਸਾਰੀ ਸ੍ਰਿਸ਼ਟੀ ਨੂੰ ਕਹਿੰਦੇ ਨੇ, ਇਹ ਸਾਰੀ ਸ੍ਰਿਸ਼ਟੀ ਦੇ ਲੋਗੋ, ਤੁਸੀਂ ਉਸ ਜਹਾਜ਼ ਦੇ ਲੜ ਲਾ ਕੇ, ਉਸ ਜਹਾਜ਼ ਤੇ ਚੜ੍ਹ ਕੇ
ਬੇਤਰਹੁ ਤੁਸੀਂ ਭਵ ਸਾਗਰ ਨੂੰ ਵਿਸ਼ੇਸ਼ ਕਰਕੇ ਤਰ ਜਾਓ। ਭਾਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਬਣੋ ਤੇ ਨਾਮ ਦੇ ਜਹਾਜ਼ ਤੇ ਚੜ੍ਹ ਕੇ ਭਵ ਸਾਗਰ ਤੋਂ ਪਾਰ ਹੋ ਜਾਵੋ। ਤਿਹ ਜਨ ਜਾਚੋ ਜਗਤਰ ਪਰ ਜਾਨੀਅਤ, ਬਾਸੁਰ ਰੈਨ ਬਾਸ ਜਾਕੋ ਹਿਤ ਨਾਮ ਸਿਉ। ਲੋ ਹੁਣ ਅੱਗੇ ਫੇਰ ਮਥੁਰਾ ਭੱਟ ਜੀ ਦੇ ਹੀ ਇਹ ਸਵਈਏ ਆ ਰਹੇ ਨੇ। ਤਿਹ ਜਨ ਜਾਚੋ ਜਗਤਰ ਪਰ ਜਾਨੀਅਤ, ਇਹ ਜਨ ਪੁਰਸ਼ੋ ਤੁਸੀਂ ਉਸ ਗੁਰੂ ਦੇ ਕੋਲੋਂ ਮੰਗੋ ਜੋ ਮੰਗਣਾ ਹੈ। ਜਗਤਰ ਪਰ ਜਾਨੀਅਤ, ਜੋ ਸਾਰੇ ਸੰਸਾਰ ਦੇ ਵਿੱਚ ਜਾਣੇ ਜਾਂਦੇ ਨੇ, ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੀ ਦੁਨੀਆ ਜਾਣਦੀ ਹੈ। ਬਾਸਰ ਰੈਣ ਬਾਸ ਜਾਕੂ ਹਿਤ ਨਾਮ ਸਿਉ, ਬਾਸਰ ਤੋਂ ਭਾਵ ਹੈ ਦਿਨ, ਰੈਣ ਤੋਂ ਭਾਵ ਹੈ ਰਾਤ। ਬਾਸਰ ਰੈਣ ਬਾਸ ਰਾਤ ਦਿਨ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਨਿਵਾਸ ਹੈ ਤੇ ਨਾਮ ਦੇ ਨਾਲ ਹੀ ਹਿਤ ਪ੍ਰੇਮ ਬਣਿਆ ਹੋਇਆ ਹੈ। ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ। ਫਿਰ ਗੁਰੂ ਅਰਜਨ ਦੇਵ ਮਹਾਰਾਜ ਦਾ ਜੀਵਨ ਕਿਹੋ ਜਿਹਾ ਹੈ? ਪਰਮ ਅਤੀਤ, ਉਹ ਬਹੁਤ ਵੱਡੇ ਅਤੀਤ ਦਾ ਅਰਥ ਹੈ ਉਹ ਬਰਕਤ ਨੇ, ਬੇਹੰਗਮ ਨੇ, ਅਵਧੂਤ ਨੇ। ਅਤੀਤ ਕਹਿੰਦੇ ਨੇ ਜਿਹੜਾ ਮਾਇਆ ਦੇ ਮੋਹ ਤੋਂ ਨਿਰਲੇਪ ਰਵੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮ ਵੈਰਾਗਵਾਨ ਨੇ। ਪਰਮੇਸ਼ਰ ਕਾ ਰੰਗ ਰੰਗਿਓ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ, ਭਗਤੀ ਦੇ, ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਵਾਸ਼ਨਾ ਤੇ ਬਾਹਰ, ਉਹ ਵਿਸ਼ਿਆਂ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ ਤੋਂ ਬਾਹਰ ਰਹਿਤ ਹਨ। ਪੈ ਦੇਖੀਆ ਧਾਮ ਸਿਉ, ਪੈ ਬੜੋ ਦੇਖੀ ਦੇ ਘਰ ਵਿੱਚ ਹੀ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਵਿੱਚ ਹੀ ਰਹਿੰਦੇ ਨੇ, ਆਪਣੇ ਮਹਿਲਾਂ ਵਿੱਚ ਹੀ ਨਿਵਾਸ ਕਰਦੇ ਨੇ, ਆਪਣੇ ਪਰਿਵਾਰ ਵਿੱਚ ਹੀ ਰਹਿੰਦੇ ਨੇ। ਪਰ ਉਹ ਹਰ ਤਰ੍ਹਾਂ ਦੀ ਵਾਸ਼ਨਾ ਤੋਂ ਬਾਹਰ ਨੇ, ਹਰ ਤਰ੍ਹਾਂ ਦੀ ਵਾਸ਼ਨਾ ਤੋਂ ਪਰੇ ਨੇ, ਹਰ ਤਰ੍ਹਾਂ ਦੀ ਵਾਸ਼ਨਾ ਤੋਂ ਮੁਕਤ ਹਨ। ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ। ਲੋ ਮਥੁਰਾ ਭੱਟ ਜੀ ਕਹਿੰਦੇ ਨੇ ਅਪਰ ਅਪਰੰਪਰ, ਜੋ ਅਪਰ ਪ੍ਰਕਿਰਤੀ ਨੂੰ ਕਹਿੰਦੇ ਨੇ। ਇੱਕ ਅਸੂਲ ਪ੍ਰਕਿਰਤੀ ਹੈ, ਇੱਕ ਪਰੰਗ, ਉਸ ਤੋਂ ਪਰੇ ਸੂਖਮ ਪ੍ਰਕਿਰਤੀ ਹੈ। ਆਪੈ ਸੂਖਮ ਆਪੈ ਅਸੂਲਾ, ਲਖੀ ਨਾ ਜਾਈ ਨਾਨਕ ਲੀਲਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸੂਲ ਤੇ ਸੂਖਮ ਪ੍ਰਕਿਰਤੀ ਤੋਂ ਪਰੇ ਪੁਰਖ, ਜੋ ਅਕਾਲ ਪੁਰਖ ਹੈ, ਉਹਦੇ ਨਾਲ ਉਹਨਾਂ ਦਾ ਪ੍ਰੇਮ ਲੱਗਿਆ ਹੋਇਆ ਹੈ। ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਉ, ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਹੋਰ ਕਿਸੇ ਕੰਮ ਦੇ ਵਿੱਚ ਤੁਹਾਨੂੰ ਰਸ ਆਉਂਦਾ ਹੀ ਨਹੀਂ ਹੈ। ਹਰ ਵੇਲੇ ਤੁਸੀਂ ਵਾਹਿਗੁਰੂ ਦਾ ਨਾਮ ਜਪਦੇ ਹੋ, ਉਹਦਾ ਸਿਮਰਨ ਕਰਦੇ ਹੋ, ਉਹਦੇ ਵਿੱਚੋਂ ਤੁਹਾਨੂੰ ਆਨੰਦ ਪ੍ਰਾਪਤ ਹੁੰਦਾ ਹੈ। ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਹੋਰ ਕਿਸੇ ਕੰਮ ਦੇ ਨਾਲ ਤੁਹਾਡਾ ਪ੍ਰੇਮ ਨਹੀਂ ਹੈ। ਮਥੁਰਾ ਕੋ ਪ੍ਰਭ ਪ੍ਰਭ ਮੈਂ ਅਰਜਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ। ਮਥੁਰਾ ਕੋ ਪ੍ਰਭ, ਮਥੁਰਾ ਦਾ ਰੱਬ, ਮਥੁਰਾ ਦਾ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਬ ਮੈਂ ਅਰਜਨ ਗੁਰ, ਜੋ ਸਰਬ ਰੂਪ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਰਿਆਂ ਦੇ ਵਿੱਚ ਹੀ ਬਿਰਾਜਮਾਨ ਨੇ। ਭਾਵ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖਾ ਸਭ ਮੈਂ ਰਹਿਆ ਸਮਾਏ। ਵੀ ਸਤਿਗੁਰੂ ਵੀ ਸਰਬ ਮੈਂ, ਸਾਰਿਆਂ ਵਿੱਚ ਸਰਬ ਰੂਪ ਹੋ ਕੇ ਵਰਤ ਰਹੇ ਨੇ। ਭਗਤ ਕਾ ਹੇਤ ਪਾਏ ਰਹਿਓ ਮਿਲ ਰਾਮ ਸਿਉ, ਭਗਤੀ ਦੇ ਨਾਲ ਹੇਤ ਮੋਹ ਪਿਆਰ ਪਾ ਕੇ ਰਹਿਓ ਮਿਲ ਰਾਮ ਸਿਉ, ਹਰ ਵੇਲੇ ਵਾਹਿਗੁਰੂ ਦੇ ਨਾਲ ਹੀ ਮਿਲੇ ਰਹਿੰਦੇ ਨੇ। ਉਸ ਵਾਹਿਗੁਰੂ ਦੇ ਨਾਲ ਭਗਤੀ ਦੁਆਰਾ ਪ੍ਰੇਮ ਪਾ ਕੇ ਅਥਵਾ ਪ੍ਰੇਮਾ ਭਗਤੀ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਹਮੇਸ਼ਾ ਮਿਲੇ ਰਹਿੰਦੇ ਨੇ, ਜੁੜੇ ਰਹਿੰਦੇ ਨੇ। ਵੀ ਐਸੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੈਂ ਤੇ ਆਪਣਾ ਰੱਬ ਸਮਝਦਾ ਹਾਂ। ਮੇਰਾ ਰੱਬ, ਮੇਰਾ ਵਾਹਿਗੁਰੂ, ਮੇਰਾ ਭਗਵਾਨ, ਮੇਰਾ ਰਾਮ, ਮੇਰਾ ਅੱਲਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜੇ ਭਗਤੀ ਦੇ ਨਾਲ ਪ੍ਰੇਮ ਕਰਕੇ, ਭਗਤੀ ਦੇ ਨਾਲ ਪ੍ਰੇਮ ਪਾ ਕੇ
ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਹੀ ਜੁੜੇ ਰਹਿੰਦੇ ਨੇ। ਐਸੀ ਇਹ ਗੁਰੂ ਦੀ ਮਹਿਮਾ ਭੱਟਾਂ ਨੇ ਉਚਾਰਨ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਗੁਰੂ ਮਹਿਮਾ ਸਾਡੇ ਹਿਰਦੇ ਵਿੱਚ ਵੀ ਵਸੇ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।